ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਅੱਜ 2 ਸਤੰਬਰ 2021 ਸਾਕਾ ਮੂਲੇਵਾਲ ਖਹਿਰਾ ਸ਼ਾਹਕੋਟ ਦਾ ਦੂਸਰੀ ਅਤੇ ਆਖਰੀ ਕਿਸ਼ਤ। ਮੂਲੇਵਾਲ ਖਹਿਰਾ ਤੋਂ ਬਾਅਦ ਇਸ ਹਜੂਮ ਨੇ ਘਵਾੜਾਂ ਅਤੇ ਮਾਣਕਪੁਰ 'ਤੇ ਹਮਲਾ ਕੀਤਾ। ਤਦ ਤਾਈਂ ਪੂਨੀਆਂ ਰੇੜਮਾਂ ਦੇ ਲੋਕ ਇਕੱਠੇ ਹੋ ਕੇ ਅੱਗਿਓਂ ਆਣ ਪਏ ਤਾਂ ਹਜੂਮ ਖਿੰਡ ਪੁੰਡ ਗਿਆ। ਮੀਆਂ ਉੱਤੇ ਹਮਲੇ ਕਾਰਨ ਇਹ ਦੁਖਾਂਤ ਵਾਪਰਿਆ। ਕਾਰਨ ਇਹ ਸੀ ਕਿ ਮੁਸਲਮਾਨਾਂ ਦੇ ਹਿਰਦੇ 'ਚ ਰੋਹ ਭਰ ਗਿਆ ਕਿ ਮੀਏ ਨੂੰ ਰਾਮ ਸਿੰਘ ਨੇ ਬਹਾਨੇ ਨਾਲ ਘਰ ਸੱਦ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਹਮਲੇ ਸਮੇਂ ਸਾਰੇ ਬਰਾਬਰ ਦੇ ਦੋਸ਼ੀ ਸੀ, ਪਰ ਅਸਲਮ ਵੱਧ ਇਸ ਕਰਕੇ ਦੋਸ਼ੀ ਪਾਇਆ ਗਿਆ ਕਿ ਉਹ ਬਦਮਾਸ਼ੀਆਂ ਵਿੱਚ ਪਹਿਲੇ ਹੀ ਬਦਨਾਮ ਸੀ। ਇਸ ਦੁਖਾਂਤ ਦੀ ਚਰਚਾ ਮੂੰਹੋਂ ਮੂੰਹ ਮਿੰਟਾਂ ਸਕਿੰਟਾਂ ਵਿੱਚ ਦੂਰ ਦਰੇਡੇ ਪਿੰਡਾਂ ਵਿੱਚ ਫੈਲ ਗਈ। ਅਸਲਮ ਦੀਆਂ ਬਦਮਾਸ਼ੀਆਂ ਕਾਰਨ ਲੋਕ ਦੁਖੀ ਹੋ ਕੇ ਤੀਜੇ ਦਿਨ ਇਸ ਦੇ ਪਿੰਡ 'ਤੇ ਹਮਲਾ ਕਰਨ ਆਏ। ਰਾਤ ਦੇ ਹਨੇਰੇ ਤੋਂ ਬਚਣ ਲਈ ਪਿੰਡ ਦੇ ਲਾਗੇ ਤੂੜੀ ਵਾਲੇ ਕੁੱਪ ਸੀ। ਹਮਲਾਕਾਰੀਆਂ ਨੇ 4-5 ਕੁੱਪਾਂ ਨੂੰ ਅੱਗ ਲਾ ਦਿੱਤੀ। ਇਹਨਾਂ ਦੀ ਲਾਈ ਅੱਗ ਇਹਨਾਂ ਦੇ ਘਾਟੇ 'ਚ ਹੀ ਆਈ। ਲੋ ਕਾਰਨ ਇਹਨਾਂ ਨੂੰ ਦੂਰ ਤੱਕ ਦਿਸਣੋਂ ਹਟ ਗਿਆ ਤੇ ਅਸਲਮ ਨੂੰ ਲੋ ਹੋਣ ਕਾਰਨ ਸਾਰਾ ਹਜੂਮ ਦਿਸ ਪਿਆ। ਸਾਰਾ ਪਿੰਡ ਇਕੱਠਾ ਉਸਨੇ ਕਰ ਲਿਆ ਤੇ ਗੋਲੀ ਚਲਾ ਦਿੱਤੀ। ਹਮਲਾਕਾਰੀ ਹਜੂਮ ਖਿੰਡ ਪੁੰਡ ਗਿਆ। ਅਸਲਮ ਬਚ ਗਿਆ। ਆਪਣੇ ਹੀ ਇਲਾਕੇ ਵਿੱਚ ਵਾਰਦਾਤਾਂ ਕਰਕੇ ਸੁੱਖ ਦੀ ਨੀਂਦ ਕੌਣ ਸੌਂ ਸਕਦਾ ਸੀ। ਬਸ ਹੁਣ ਕੀ ਸੀ, ਦੋਵੇਂ ਧਿਰਾਂ ਇੱਕ ਦੂਜੇ ਦੀਆਂ ਪੱਕੀਆਂ ਦੁਸ਼ਮਣ ਬਣ ਗਈਆਂ ਸੀ। ਇਸੇ ਤਾਕ ਵਿੱਚ ਦੋਵੇਂ ਧਿਰਾਂ ਬੈਠੀਆਂ ਕਿ ਕੋਈ ਨਹੀਂ, ਪਾਕਿਸਤਾਨ ਬਣ ਲੈਣ ਦੇ, ਬਣਨਾ ਤਾਂ ਇੱਥੇ ਹੀ ਆ, ਸਾਰਿਆਂ ਨੂੰ ਭੁੰਨ ਸਿੱਟਾਂਗੇ। ਬਸ ਕਿਹੜੀ ਗੱਲ ਆ, ਅੱਜ ਭਲਕ ਖਬਰੇ ਹੁਣੇ ਹੀ ਹਿੰਦੁਸਤਾਨ ਬਣ ਲੈਣ ਦੇ, ਬਣਨਾ ਤੇ ਇੱਥੇ ਆ, ਫਿਰ ਦੇਖਿਓ ਹੱਥ ਇਹਨਾਂ ਨੂੰ ਕੈਸੇ ਚਣੇ ਚਬਾਉਣੇ ਆ। ਮੈਂ ਫਲਾਣੇ ਦੀ ਨੱਡੀ ਚੁੱਕਣੀ, ਮੈਂ ਫਲਾਣੇ ਦੀ ਕੁੜੀ ਚੱਕਣੀ, ਮੈਂ ਫਲਾਣੇ ਦੀ ਬੇਗਮ ਚੱਕਣੀ, ਮੈਂ ਫਲਾਣੇ ਦੀ ਜਨਾਨੀ ਚੁੱਕਣੀ, ਮੈਂ ਉਹ ਘਰ ਲੁੱਟਣਾ, ਮੈਂ ਉਹ ਘਰ ਲੁੱਟਣਾ, ਮੈਂ ਉਹ ਜਿਹੜਾ ਫਲਾਨਿਆਂ ਦੇ ਲਾਗੇ ਘਰ ਹੈ ਨਾ, ਮੈਂ ਉਹ ਲੁੱਟਣਾ, ਆਦ ਮੂੰਹੋਂ ਗੱਲਾਂ ਹੋਣ ਲੱਗੀਆਂ। 17 ਭਾਦਰੋਂ ਨੂੰ ਇਹ ਵਾਰਦਾਤ ਹੋਈ ਸੀ। ਇਸ ਵਾਰਦਾਤ ਤੋਂ ਬਾਅਦ ਇੱਥੋਂ ਨਿਕਲੋ, ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕੀ ਬਣਨਾ। ਇਹ ਹਊਆ ਬਣ ਕੇ ਲੁਕਾਈ ਨੂੰ ਅੰਦਰੋਂ ਅੰਦਰ ਹੀ ਵੱਢ ਖਾ ਰਿਹਾ ਸੀ। ਇੰਨੇ ਨੂੰ ਸਰਕਾਰੀ ਅਦਾਰੇ ਨੇ ਹਵਾਈ ਜਹਾਜ਼ ਰਾਹੀਂ ਇਸ਼ਤਿਹਾਰ ਸੁੱਟੇ ਕਿ ਰਾਵੀ ਦੇ ਪੱਛਮੀ ਪਾਸੇ ਪਾਕਿਸਤਾਨ ਅਤੇ ਪੂਰਬੀ ਪਾਸੇ ਹਿੰਦੁਸਤਾਨ ਬਣ ਗਿਆ ਹੈ। ਤੁਸੀਂ ਆਪਣੇ ਬਚਾਓ ਵਾਸਤੇ ਕੈਂਪਾਂ ਵਿੱਚ ਚਲੇ ਜਾਓ। ਕਈਆਂ ਦਾ ਵਿਚਾਰ ਸੀ ਕਿ ਜਿਹੜਾ ਅਸਲਮ ਦਾ ਭਰਾ ਤਫਾਇਲ ਦਿੱਲੀ ਵਿੱਚ ਪਾਇਲਟ ਦਾ ਕੰਮ ਕਰਦਾ ਹੈ, ਉਸਨੇ ਸਿਰਫ ਆਪਣੇ ਇਲਾਕੇ ਵਿੱਚ ਹੀ ਇਸ਼ਤਿਹਾਰ ਆਪਣੇ ਲੋਕਾਂ ਦੇ ਭਲੇ ਲਈ ਸਿੱਟੇ ਹਨ। ਇਸ ਤਰ੍ਹਾਂ ਅਸਲਮ ਦਾ ਪਿੱਛਾ ਕਰਦੇ ਕਰਦੇ ਲੋਕ ਅਖੀਰੀ ਅਸਲਮ ਨੂੰ ਸ਼ਾਹਕੋਟ ਢੇਰੀਆਂ ਕੋਲ ਘੇਰ ਲਿਆ ਤੇ ਹੱਥੋਂ ਹੱਥ ਦੇ ਹਮਲੇ 'ਚ ਅਸਲਮ ਮਾਰਿਆ ਗਿਆ। ਯਾਰ ਮੁਹੰਮਦ ਮੀਆਂ ਵੀ ਭੇਸ ਬਦਲ ਕੇ ਇੱਥੋਂ ਪੱਤਰਾ ਵੱਜ ਗਿਆ। ਅਸੀਂ ਵੀ ਪਰਿਵਾਰ ਸਮੇਤ ਨਕੋਦਰ ਵੱਲ ਕੈਂਪ ਨੂੰ ਲੁਕਦੇ ਲੁਕਾਉਂਦੇ ਤੁਰ ਪਏ। ਰਾਤ ਬਿੱਲੀ ਚਹਾਰਵੀਂ ਕੱਟ ਕੇ ਦੂਸਰੇ ਦਿਨ ਸ਼ਾਮ ਨੂੰ ਮਹਿਤਪੁਰ ਰੋਡ ਬਾੜਾ ਨਿਸ਼ਾਨ ਕੈਂਪ ਵਿੱਚ ਜਾ ਪਹੁੰਚੇ। ਰਸਤੇ ਵਿੱਚ ਜਾਂਦਿਆਂ ਜੇ ਕੋਈ ਮੁਸਲਮਾਨਾਂ ਦਾ ਟੋਲਾ ਲੁੱਟਮਾਰ ਕਰਦਾ ਮਿਲੇ ਤਾਂ ਅਸੀਂ ਮੋਨੇ ਆਦਮੀ ਅੱਗੇ ਹੋ ਕੇ ਜਾ ਲਈ ਦਾ ਨਾਅਰਾ ਲਾ ਦਿੰਦੇ। ਸਿੱਖਾਂ ਦਾ ਟੋਲਾ ਮਿਲੇ ਤਾਂ ਕੇਸਾਂ ਧਾਰੀ ਅੱਗੇ ਹੋ ਕੇ ਫਤਿਹ ਗਜਾ ਦਿੰਦੇ। ਇਸ ਤਰ੍ਹਾਂ ਅਸੀਂ ਆਪਣੀ ਮੰਜ਼ਿਲ 'ਤੇ ਚੱਲਦੇ ਰਹੇ। ਜਦ ਅਸੀਂ ਗਾਂਦਰਾ ਰੇਲਵੇ ਸਟੇਸ਼ਨ ਕੋਲ ਪਹੁੰਚੇ, ਬਿੱਲੀ ਚਹਾਰਵੀਂ ਤੋਂ ਲੈਨੇ ਜਾ ਰਹੇ ਸੀ ਤਾਂ ਕੀ ਦੇਖਿਆ, ਸਟੇਸ਼ਨ ਦੀ ਪਹਾੜ ਦੀ ਬਾਈ ਵੱਲ ਕੋਈ 20-25 ਕਰਮਾਂ ਦੀ ਦੂਰੀ 'ਤੇ ਬਾਜਰੇ ਦਾ ਖੇਤ ਸੀ। ਮਸਾਂ ਲੱਕ ਦੇ ਕਰੀਬ ਵਿਰਲਾ ਬਾਜਰਾ ਹੋਵੇਗਾ। ਉਸ ਵਿੱਚ ਪਗਡੰਡੀ ਸੀ ਤੇ 3-4 ਮੁਸਲਮਾਨੀਆਂ ਉਸ ਪਗਡੰਡੀ ਵਿੱਚ ਦੀ ਜਾ ਰਹੀਆਂ ਸੀ। ਛੋਟੇ ਉਹਨਾਂ ਕੋਲ ਬੱਚੇ ਕੁੱਛੜ ਚੁੱਕੇ ਹੋਏ ਸੀ ਤੇ ਛੋਟੀਆਂ ਗੰਢਾਂ ਉਹਨਾਂ ਨੇ ਸਿਰ 'ਤੇ ਰੱਖੀਆਂ ਹੋਈਆਂ ਸੀ। ਗਾਂਦਰਾਂ ਦੀ ਮੰਡੀਰ ਨੇ
ਮਾਰ ਕੇ ਕਿਰਪਾਨਾਂ ਉਹਨਾਂ ਦੇ ਸਿਰ ਲਾ ਦਿੱਤੇ। ਉਹ ਤਰਲੇ ਲੈਂਦੀਆਂ ਖੁਦ ਮੈਂ ਸੁਣੀਆਂ ਅਤੇ ਤੜਫ ਤੜਫ ਕੇ ਜਾਨਾਂ ਨਿਕਲਦੀਆਂ ਮੈਂ ਖੁਦ ਦੇਖੀਆਂ। ਪਰ ਕੌਣ ਬਚਾਉਂਦਾ? ਸਾਨੂੰ ਤਾਂ ਆਪਣਾ ਖਤਰਾ ਸੀ। ਇੱਦਾਂ ਅਸੀਂ ਆਪਣੀਆਂ ਜਾਨਾਂ ਬਚਾਉਂਦੇ ਹੋਏ ਦੂਜੇ ਦਿਨ ਸ਼ਾਮ ਨੂੰ ਕੈਂਪ 'ਚ ਪਹੁੰਚੇ। ਜਿੰਨਾ ਚਿਰ ਅਮਨ ਨਹੀਂ ਹੋਇਆ ਓਨਾ ਚਿਰ ਅਸੀਂ ਉੱਥੇ ਰਹੇ। ਬਾਅਦ 'ਚ ਉਹਨਾਂ ਆਖਿਆ, ਹੁਣ ਕੋਈ ਖਤਰਾ ਨਹੀਂ, ਤੁਸੀਂ ਆਪਣੇ ਆਪਣੇ ਪਿੰਡਾਂ ਨੂੰ ਚਲੇ ਜਾਓ। ਤਾਂ ਅਸੀਂ ਫਿਰ ਮੀਆਂਵਾਲ ਮੌਲਵੀਆਂ ਆ ਗਏ। ਆ ਕੇ ਦੇਖਿਆ ਸਾਰਾ ਪਿੰਡ ਉਜੜਿਆ ਹੋਇਆ ਸੀ, ਜਿਵੇਂ ਕੋਈ ਦੇ ਵੜ ਕੇ ਪਿੰਡ ਨੂੰ ਖਾ ਗਿਆ ਹੋਵੇ। ਸਭ ਥਾਂ ਇਹੋ ਗੱਲਾਂ ਹੋਣ ਲੱਗੀਆਂ, ਕੌਣ ਬਚ ਗਿਆ, ਕੌਣ ਬਚ ਗਿਆ। ਘਰਾਂ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਸੀ। ਸਭ ਦੀਆਂ ਤਾਹਾਂ ਨਿਕਲ ਰਹੀਆਂ ਸੀ। ਹਿਰਦੇ ਵਿੱਚੋਂ ਹੂਕ ਨਿਕਲੀ ਕਿ ਇੱਕ ਐਸੀ ਹਨੇਰੀ ਆਈ, ਸਾਨੂੰ ਪੱਟ ਗਈ, ਤੋੜ ਗਈ, ਫੇਂ ਗਈ, ਨਿਗਲ ਗਈ, ਖਾ ਗਈ। ਉਦੋਂ ਭਾਈ ਬੰਦੇ ਬੰਦੇ ਨਹੀਂ ਸੀ। ਇਸੇ ਤਰ੍ਹਾਂ ਅਸਲਮ ਦਾ ਬਜ਼ੁਰਗ ਪਿਤਾ ਘਰ ਵਿੱਚ ਨਮਾਜ਼ ਪੜ੍ਹਦਾ ਸੀ। ਮੰਡੀਰ ਆ ਗਈ। ਉਸ ਕਿਹਾ, ਨਮਾਜ਼ ਪੜ੍ਹਨ ਜੋਗਾ ਵਕਤ ਦਿਓ। ਕਿਹਨੇ ਸੁਣਨਾ ਸੀ? ਨਮਾਜ਼ ਪੜ੍ਹਦੀ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਭਾਈ ਉਦੋਂ ਹਾਹਾਕਾਰ ਮਚੀ ਹੋਈ ਸੀ। ਉਹ ਸਮਾਂ ਰੱਬ ਮੁੜ ਕੇ ਕਦੇ ਨਾ ਲਿਆਵੇ। ਹੁਣ ਵੀ ਉਹ ਸਮਾਂ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਹੈ। ਬਖਸ਼ੀ ਮਾਲਕਾ। ਆਪਣੇ ਸੇਵਕਾਂ ਨੂੰ ਹੱਥ ਜੋੜਦਾ ਹੋਇਆ ਰੱਬ ਰਾਖਾ। ਸਹੀ ਬਿਆਨ ਕਰਤਾ ਸਰਦਾਰ ਚੰਦ, ਸਾਬਕਾ ਸਰਪੰਚ ਇੰਨੋਵਾਲ ਮੀਆਂਵਾਲ ਮੌਲਵੀਆਂ ਸ਼ਾਹਕੋਟ। 1947 ਹੱਡਬੀਤੀ ਦੁਖਾਂਤ ਸੁਣ ਕੇ ਮੈਨੂੰ ਇਸ ਦੀ ਪੁਸ਼ਟੀ ਨਹੀਂ ਕਰਾਉਣੀ ਪਈ, ਕਿਉਂਕਿ ਇਸ ਵਿੱਚ ਸ਼ਹੀਦ ਹੋਏ ਸ਼ਹੀਦਾਂ ਦਾ ਸ਼ਹੀਦੀ ਦਿਨ ਅੱਜ ਵੀ ਉਸੇ ਦਿਨ ਮਨਾਇਆ ਜਾਂਦਾ ਹੈ ਜੋ ਅੱਜ ਵੀ ਹੈ। ਇਹ ਵਾਰਤਾ ਕਿੰਨੀ ਤਰੀਕ ਨੂੰ ਹੋਈ, ਇਸ ਦੀ ਪੁਸ਼ਟੀ ਕਰਾਉਣ ਵਾਸਤੇ ਮੈਂ ਮੂਲੇਵਾਲ ਖਹਿਰਾ ਦੇ ਇਰਦ ਗਿਰਦ ਦੇ ਪਿੰਡਾਂ ਦੇ ਬਜ਼ੁਰਗਾਂ ਤੋਂ ਪਤਾ ਕਰਨ ਗਿਆ ਤਾਂ ਪਤਾ ਲੱਗਾ ਕਿ ਬਾਕੀ ਪਰਿਵਾਰ ਸਾਰਾ ਮਰ ਗਿਆ, ਪਰ ਨਾਜਰ ਸਿੰਘ ਜਿੰਦਾ ਹੈ। ਤਾਂ ਮੈਂ ਉਸ ਨੂੰ ਮਿਲ ਕੇ ਪੁੱਛਿਆ ਤਾਂ ਉਹ ਹੌਕਾ ਜਿਹਾ ਲੈ ਕੇ ਗੁੰਮਸੁੰਮ ਹੋ ਗਿਆ, ਕੁਝ ਵੀ ਦੱਸਣ ਤੋਂ ਇਨਕਾਰ ਕਰ ਬੈਠਾ। ਮੈਂ ਉਸ ਦੇ ਹਿਰਦੇ ਦੀਆਂ ਚੀਸਾਂ ਨੂੰ ਭਾਂਪ ਕੇ ਗੱਲ ਨੂੰ ਬਦਲਦਿਆਂ ਕਿਹਾ, ਆਪਣਾ ਸ਼ੁਭ ਨਾਮ ਕੀ ਹੈ? ਉੱਤਰ, ਨਾਜਰ ਸਿੰਘ ਬਾਂਸਲ। ਪਿਤਾ ਦਾ ਸ਼ੁਭ ਨਾਮ ਕੀ ਹੈ? ਬੋਧ ਸਿੰਘ ਬਾਂਸਲ। ਬਾਬੇ ਦਾ ਸ਼ੁਭ ਨਾਮ ਕੀ ਹੈ? ਕੱਥੂ ਬਾਂਸਲ। ਪ੍ਰਸ਼ਨ, ਜਿਹੜਾ ਪਰਿਵਾਰ ਭੋਰੇ 'ਚ ਸ਼ਹੀਦ ਹੋਇਆ ਉਸ ਪਰਿਵਾਰ ਦੇ ਮੁਖੀਏ ਦਾ ਨਾਮ ਕੀ ਸੀ? ਉੱਤਰ, ਸਰਦਾਰ ਸੁੰਦਰ ਸਿੰਘ। ਪ੍ਰਸ਼ਨ, ਪਰਿਵਾਰ ਦੇ ਕਿੰਨੇ ਜੀਅ ਸ਼ਹੀਦ ਹੋਏ? ਉੱਤਰ, 18-19। ਪ੍ਰਸ਼ਨ, ਕੌਣ ਕੌਣ? ਉੱਤਰ, 2-3 ਪੁੱਤਰ, 2-3 ਨੂੰਹਾਂ, ਪੋਤੇ ਪੋਤੀਆਂ, ਸੁੰਦਰ ਸਿੰਘ ਆਪ ਅਤੇ ਨਰੈਣ ਸਿੰਘ ਗ੍ਰੰਥੀ। ਹੋਰ ਤੁਹਾਡੇ ਪਰਿਵਾਰ ਦੇ ਜੀਆਂ ਦੇ ਸ਼ੁਭ ਨਾਮ ਜੋ ਸ਼ਹੀਦ ਹੋਏ? ਵਾਰ-ਵਾਰ ਪੁੱਛਣ 'ਤੇ ਇਨਕਾਰ। ਬਸ। ਲੇਖਕ, ਮੂਲੇਵਾਲ, ਅਰਾਈਆਂ, ਮੀਰਪੁਰ ਸੈਦਾਂ, ਖਾਨਪੁਰ ਰਾਜਪੂਤਾਂ, ਕੋਟਲੀ ਗਾਜਰਾਂ, ਸ੍ਰੀ ਚੰਨਣ ਰਾਮ ਚੌਂਕੀਦਾਰ, ਨਮਾਜੀਪੁਰ, ਸ੍ਰੀ ਕਰਤਾਰ ਚੰਦ ਨਾਹਰ, ਨੰਬਰਦਾਰ ਮੀਆਂਵਾਲ ਮੌਲਵੀਆਂ ਆਦਿ ਸਭ ਨੇ ਇਹ ਵਾਕਿਆ 17 ਭਾਦਰੋਂ ਹੀ ਦੱਸਿਆ। ਹੈਰਾਨੀਜਨਕ ਤੱਥ ਅਤੇ ਪ੍ਰਸ਼ਨ। ਬਿਕਰਮੀ 2004 31 ਸਾਵਣ ਦਿਨ ਸ਼ੁੱਕਰਵਾਰ 14-15 ਅਗਸਤ 1947 ਸ਼ੁੱਕਰ ਸ਼ਨੀ ਦੀ ਸਾਂਝੀ ਰਾਤ ਦੇ 12:30 ਤੇ ਦੋਵੇਂ ਦੇਸ਼ ਭਾਰਤ ਪਾਕ ਆਜ਼ਾਦ ਹੋਏ। ਇਸ ਸਾਲ ਸਾਵਣ ਮਹੀਨਾ 32 ਦਿਨ ਦਾ ਸੀ ਅਤੇ 17 ਅਗਸਤ ਨੂੰ ਭਾਦਰੋਂ ਮਹੀਨੇ ਦੀ ਸੰਗਰਾਂਦ ਸੀ। 17 ਭਾਦਰੋਂ ਨੂੰ ਦਿਨ ਮੰਗਲਵਾਰ 2 ਸਤੰਬਰ 1947 ਸੀ। 19ਵਾਂ ਦਿਨ ਆਜ਼ਾਦ ਹੋਇਆਂ ਹੋ ਗਿਆ ਸੀ। ਤਾਂ ਫਿਰ ਹਿੰਦੁਸਤਾਨ ਦੀ ਧਰਤੀ 'ਤੇ ਹੀ ਹਿੰਦ ਵਾਸੀਆਂ ਤੇ ਮੁਸਲਮਾਨਾਂ ਵੱਲੋਂ ਹਮਲਾ ਕਿਉਂ ਹੋਇਆ? ਨੋਟ, ਇਹ ਤਰੀਕਾਂ ਮੈਂ 1947 ਦੀ ਜੰਤਰੀ 'ਚੋਂ ਲਈਆਂ ਹਨ। ਇਹ ਜੰਤਰੀ ਮੇਰੇ ਕੋਲ ਹੁਣ ਵੀ ਮੌਜੂਦ ਹੈ। ਇਸ ਪ੍ਰਸ਼ਨ ਦਾ ਉੱਤਰ ਸਰਦਾਰ ਚੰਦ ਸਰਪੰਚ ਵੱਲੋਂ। ਇਸ ਦਾ ਕਾਰਨ ਭਾਈ ਇਹ ਹੈ ਕਿ ਖਬਰਾਂ ਦੇ ਸਰਕਾਰੀ ਸਾਧਨ ਪਿੰਡਾਂ ਵਿੱਚ ਨਾ ਹੋਣ ਕਰਕੇ ਦੋਵੇਂ ਧਿਰਾਂ ਭੁਲੇਖੇ ਵਿੱਚ ਰਹੀਆਂ।
ਪਤਾ ਉਦੋਂ ਲੱਗਾ ਜਦੋਂ ਹੈਲੀਕਾਪਟਰ ਰਾਹੀਂ ਇਸ਼ਤਿਹਾਰ ਸਿੱਟੇ ਗਏ। ਉਦੋਂ ਹੀ ਅਸੀਂ ਪਿੰਡ ਛੱਡ ਕੇ ਮਹਿਤਪੁਰ ਰੋਡ ਨਕੋਦਰ ਵਾਲੇ ਕੈਂਪ ਵਿੱਚ ਜਾਣ ਲਈ ਘਰੋਂ ਚੱਲੇ ਅਤੇ ਉਦੋਂ ਹੀ ਮੁਸਲਮਾਨ ਆਪਣੇ ਬਚਾਓ ਦਾ ਇੰਤਜ਼ਾਮ ਕਰਨ ਲੱਗੇ। ਕਿਆਸ ਗੋਈ ਸ੍ਰੀ ਸਰਦਾਰ ਚੰਦ ਸਰਪੰਚ ਤੋਂ ਮੈਂ ਹਿਰਦੇਵੇਦਕ ਦੁਖਾਂਤ ਸਤੰਬਰ 2008 'ਚ ਸੁਣ ਰਿਹਾ ਸੀ। ਇਸੇ ਮਹੀਨੇ ਇਸੇ ਦੁਖਾਂਤ ਦਾ ਦੂਜਾ ਪਾਸਾ ਅਜੀਤ ਮੈਗਜ਼ੀਨ ਕੁਲਦੀਪ ਨਈਅਰ ਦਾ ਦਿਲ ਕੰਬਾਊ ਲੇਖ ਗਾਥਾ 2 ਸ਼ਹਿਰਾਂ ਦੀ ਪੜ੍ਹ ਰਿਹਾ ਸੀ। ਕੁਲਦੀਪ ਨਈਅਰ ਸਾਹਿਬ ਨੇ ਆਪਣੇ ਪਰਿਵਾਰ ਅਤੇ ਆਪਣੇ ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਦੇ ਇਲਾਕੇ ਦੀ ਇਸ ਰੇਲ ਗੱਡੀ ਦਾ ਜ਼ਿਕਰ ਵੀ ਕੀਤਾ ਹੈ ਕਿ ਗੱਡੀ ਕਿਸ ਸਟੇਸ਼ਨ ਤੋਂ ਚੱਲੀ, ਕਿਸ ਥਾਂ ਰੋਕ ਕੇ ਇਸ ਨੂੰ ਲੁੱਟਿਆ ਗਿਆ। ਲੁੱਟਣ ਉਪਰੰਤ ਲਾਸ਼ਾਂ ਦੇ ਰੂਪ ਵਿੱਚ ਅਤੇ ਔਰਤ ਮਰਦ ਦੇ ਗੁਪਤ ਅੰਗਾਂ 'ਤੇ ਭੱਦੀ ਕਿਸਮ ਦਾ ਭੱਦਾ ਮਜ਼ਾਕ ਕਿੱਥੇ ਕੀਤਾ ਗਿਆ ਅਤੇ ਫਿਰ ਇੱਧਰ ਜਲੰਧਰ ਇਸ ਗੱਡੀ ਨੂੰ ਭੇਜ ਦਿੱਤਾ ਗਿਆ। ਇਸੇ ਗੱਡੀ ਦਾ ਹਵਾਲਾ ਬਿਆਨਕਰਤਾ ਸਰਦਾਰ ਚੰਦ ਸਰਪੰਚ ਗ੍ਰਾਮ ਪੰਚਾਇਤ ਇੰਨੋਵਾਲ ਨੇ ਦਿੱਤਾ ਅਤੇ ਮੇਰੇ ਪਿਤਾ ਲੇਖਕ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਨੇ ਵੀ ਮੈਨੂੰ ਇਸ ਗੱਡੀ ਬਾਰੇ ਇਹੋ ਦੱਸਿਆ ਕਿ ਗੱਡੀ ਜਲੰਧਰ ਸਟੇਸ਼ਨ 'ਤੇ ਆ ਕੇ ਕਈ ਦਿਨ ਰੁਕੀ ਰਹੀ। ਇਲਾਕੇ ਦੇ ਲੋਕਾਂ ਨੂੰ ਲਾਸ਼ਾਂ ਪਛਾਣਨ ਲਈ ਕਿਹਾ ਗਿਆ। ਮੇਰੇ ਪਿਤਾ ਜੀ ਨੇ ਵੀ ਕਿਹਾ ਕਿ ਮੈਂ ਵੀ ਲਾਸ਼ਾਂ ਪਛਾਣਨ ਗਿਆ ਸੀ, ਪਰ ਭੱਦੇ ਮਜ਼ਾਕ ਕਾਰਨ ਲਾਸ਼ਾਂ ਬੇਪਛਾਣ ਸੀ। ਲੇਖਕ ਵੱਲੋਂ ਇਹ ਲੇਖ 2008 ਦੇ ਸਤੰਬਰ ਮੈਗਜ਼ੀਨ 'ਚ ਲੜੀਵਾਰ ਛਪ ਰਿਹਾ ਸੀ। ਭਾਵੇਂ ਇਹ ਲੇਖ ਸਿਆਲਕੋਟ ਪਾਕਿਸਤਾਨ ਤੋਂ ਆਰੰਭ ਸੀ ਅਤੇ ਇਹ ਲੇਖ ਦੁਖਾਂਤ ਮੂਲੇਵਾਲ ਖਹਿਰਾ ਸ਼ਾਹਕੋਟ ਦਾ ਵਰਤਮਾਨ 'ਚ ਸੀ, ਫਿਰ ਵੀ ਦੋਵੇਂ ਲੇਖਾਂ ਦਾ ਚਿਹਰਾ ਮੋਹਰਾ ਰੂਪ ਰੇਖਾ ਸ਼ਕਲ ਬਕਲ ਹੂ ਬਹੂ ਇੱਕੋ ਜਿਹੇ ਦੁਖਦਾਈ ਸੀ, ਕਿਉਂਕਿ ਇੱਕੋ ਆਕਾਸ਼ ਦੀ ਛਤਰ ਛਾਇਆ ਹੇਠ ਇੱਕੋ ਧਰਤੀ ਮਾਤਾ ਦੀ ਹਿੱਕ 'ਤੇ ਝਰੀਟਾਂ ਮਾਰ ਕੇ ਵੰਡ ਕੇ ਦੋ ਦੇਸ਼ ਬਣ ਕੇ ਧਰਮਾਂ ਦੇ ਨਾਂ 'ਤੇ ਵੰਡੇ ਗਏ ਸੀ, ਜਿਹੜੇ ਧਰਮ ਭਗਤੀ ਭਾਵਨਾ ਏਕਤਾ ਅਤੇ ਪਿਆਰ ਦੇ ਸੂਚਕ ਹਨ, ਪਰ ਰਾਮ ਦੀ ਭਗਤੀ ਵਾਲੇ ਨਹੀਂ, ਨਾ ਹੀ ਰਹੀਮ ਦੀ ਬੰਦਗੀ ਵਾਲੇ। ਸਿਰਫ ਰਾਮ ਤੇ ਰਹੀਮ ਤੱਕ ਸੀਮਤ ਹੈਵਾਨ ਆਦਮੀਆਂ ਨੇ ਆਦਮ ਜਾਤੀ ਦਾ ਖਾਤਮਾ ਧਰਮ ਸਮਝ ਲਿਆ। ਰਾਮੀਏ ਰਹੀਮਾਂ ਨੂੰ ਕਤਲ ਕਰਦੇ ਹੋਏ ਦੁਸ਼ਟ ਹਨ, ਰਹੀਮੀਏ ਰਾਮਾਂ ਨੂੰ ਕਤਲ ਕਰਦੇ ਹੋਏ ਕਾਫਰ ਹਨ। ਦੋਨੇ ਪਾਸੇ ਇੱਕੋ ਜਿਹੇ ਚੀਕ ਚਿਹਾੜਾ ਹੋ ਰਿਹਾ ਸੀ। ਰਤਨ ਵਗਾੜ ਵਗੋਈ ਕੁੱਤੀ ਮੋਇਆਂ ਸਾਰ ਨਾ ਕਾਈ। ਦੋਵੇਂ ਲੇਖ ਇੱਕ ਪੜ੍ਹ ਕੇ ਤੇ ਦੂਜਾ ਸੁਣ ਕੇ ਹਾਹਾਕਾਰ ਨੂੰ ਉਂਗਲਾਂ ਦੀ ਸਹਾਇਤਾ ਨਾਲ ਕਲਮ ਪਕੜ ਕੇ ਕੋਰੇ ਕਾਗਜ਼ ਦੀ ਛਾਤੀ 'ਤੇ ਆਪ ਮੁਹਾਰੇ ਝਰੀਟਾਂ ਲੇਖਕ ਵੱਲੋਂ ਇੰਜ ਮਾਰੀਆਂ ਗਈਆਂ ਅਤੇ ਕਿਹਾ ਗਿਆ ਕਿ ਭਾਈ ਉਦੋਂ ਬੰਦੇ ਨਹੀਂ ਸੀ, ਜੈਸੇ ਹੱਡਾ ਰੇੜੀ 'ਚ ਮੁਰਦੇ ਪਸ਼ੂ ਨੂੰ ਖਾਂਦੇ ਕੁੱਤੇ ਅਤੇ ਗਿਲਜਾਂ, ਐਸੀ ਦਸ਼ਾ ਹੋ ਗਈ ਸੀ ਬੰਦਿਆਂ ਦੀ। ਕੁੱਤੇ ਨਾਲੇ ਤਾਂ ਮੁਰਦੇ ਨੂੰ ਚਰੂੰਡ ਕੇ ਖਾਂਦੇ, ਨਾਲੇ ਆਪਣੇ ਤੋਂ ਮਾੜੇ ਕੁੱਤੇ ਦੇ ਵੱਲ ਦੇਖ ਕੇ ਆਪਣੇ ਚਿਹਰੇ ਮੋਹਰੇ ਦਾ ਨਮੂਨਾ ਨਫ਼ਰਤ ਭਰਿਆ ਬਣਾ ਕੇ ਦੰਦ ਜਿਹੇ ਦਿਖਾਲਦੇ, ਘੂੰ ਘੂੰ ਘਾਹ ਘਾਹ ਭੌਂ ਭੌਂ ਕਰਕੇ ਵੱਢਣ ਪੈਂਦੇ। ਮਾੜੇ ਕੁੱਤੇ ਡਰਦੇ ਪਰੇ ਹੋ ਕੇ ਸਬਰ ਜਿਹਾ ਕਰਕੇ ਖੜੇ ਦੇਖਦੇ ਰਹਿੰਦੇ ਕਿ ਇਹ ਰੱਜ ਲਵੇਗਾ ਤਾਂ ਫਿਰ ਮੈਂ ਖਾ ਲਵਾਂਗਾ। ਮਾੜੇ ਕੁੱਤੇ ਦੇ ਹੱਥ ਮੌਕਾ ਹੀ ਨਹੀਂ ਆਉਂਦਾ, ਤਦ ਤਾਈਂ ਹੋਰ ਕੁੱਤੇ ਆ ਕੇ ਪਹਿਲੇ 'ਤੇ ਭਾਰੂ ਹੋ ਜਾਂਦੇ ਤੇ ਉਹ ਭੱਜ ਜਾਂਦਾ। ਉਹ ਡਰਦਾ ਭੱਜਦਾ ਤੇ ਮਾੜਾ ਵੀ ਨਾਲ ਭੱਜ ਜਾਂਦਾ। ਭੱਜੇ ਜਾਂਦਿਆਂ ਨੂੰ ਉਹ ਦੂਰ ਭਜਾਉਣ ਚਲੇ ਜਾਂਦੇ, ਤਦ ਤਾਈਂ ਗਿਲਜਾਂ ਆਪਣਾ ਦਾ ਲਾ ਲੈਂਦੀਆਂ। ਇਸ ਤਰ੍ਹਾਂ ਉਸ ਸਮੇਂ ਬੰਦੇ ਕੁੱਤੇ ਅਤੇ ਨੀਤਾਂ ਗਿਲਜਾਂ ਬਣ ਗਈਆਂ ਸੀ ਭਾਈ। ਉਦੋਂ ਜਬਰ ਅਤੇ ਜ਼ੁਲਮ ਅਤੇ ਜਬਰ ਜਨਾਹ, ਕੁੜੀਆਂ ਬੁੜੀਆਂ ਬੇਗਮਾਂ ਨੱਡੀਆਂ ਦਾ ਕੀ ਕਸੂਰ ਸੀ। ਕਿਸੇ ਦੀ ਇੱਜ਼ਤ ਨਹੀਂ ਕਿਸੇ ਨੇ ਦੇਖੀ, ਕਿਸੇ ਨੇ ਕਿਸੇ 'ਤੇ ਤਰਸ ਨਹੀਂ ਕੀਤਾ। ਬਸ ਸਭ ਥਾਂ ਹਾਹਾਕਾਰ ਮਚ ਗਿਆ ਸੀ। ਕੋਈ ਕਿਸੇ ਨੂੰ ਵਰਜਣ ਵਾਲਾ ਨਹੀਂ ਸੀ, ਸਗੋਂ ਉਤਸ਼ਾਹ ਦਿੰਦੇ ਕਿਧਰੇ ਰਾਮ ਦੇ ਨਾਂ 'ਤੇ, ਕਿਧਰੇ ਰਹੀਮ ਦੇ ਨਾਂ 'ਤੇ,
ਕਿਧਰੇ ਜਾ ਅਲੀ ਕਿਧਰੇ ਬਜਰੰਗ ਬਲੀ, ਕਿਧਰੇ ਬੋਲੇ ਸੋ ਨਿਹਾਲ ਆਦਿ ਨਾਵਾਂ ਤੇ ਲੁੱਟਾਂ ਖੋਹਾਂ ਇੱਜ਼ਤਾਂ ਕੱਖੋਂ ਹੌਲੀਆਂ ਲੋਕਾਈ ਨੇ ਕਰ ਦਿੱਤੀਆਂ। ਕੀ ਆਪਣੇ ਕੀ ਪਰਾਏ ਕੋਈ ਪਛਾਣ ਨਾ ਰਹਿ ਗਈ। ਚੁੱਕ ਲਓ ਇਹ ਮੁਸਲਮਾਨਣੀਆਂ, ਚੁੱਕ ਲਓ ਇਹ ਹਿੰਦਣੀ ਸਿੱਖਣੀਆਂ। ਅਜਿਹੀਆਂ ਹਰਕਤਾਂ ਕਰਕੇ ਸਗੋਂ ਖੁਸ਼ ਹੁੰਦੇ ਤੇ ਇੱਕ ਦੂਜੇ ਨੂੰ ਸ਼ਾਬਾਸ਼ ਦਿੰਦੇ। ਸਮਝ ਨਹੀਂ ਆਉਂਦੀ ਰੱਬ ਕਿੱਥੇ ਜਾ ਕੇ ਸੌਂ ਗਿਆ ਸੀ। ਦੁੱਖ ਅੰਤ, ਦੁੱਖ ਦਾ ਅੰਤ ਤਾਂ ਭਾਵੇਂ ਹੋ ਗਿਆ, ਦੁੱਖ ਦੇ ਜ਼ਖਮ ਵੀ ਭਰ ਗਏ, ਪਰ ਰਿਖੀਆਂ ਮੁਨੀਆਂ ਗੁਰੂਆਂ ਪੀਰਾਂ ਫਕੀਰਾਂ ਦੇਸ਼ ਭਗਤਾਂ ਅਮਰ ਸ਼ਹੀਦਾਂ ਦੀ ਧਰਤੀ ਦੇ ਵਸਨੀਕਾਂ ਦੇ ਨਾਂ 'ਤੇ ਨਾ ਮਿਟਣ ਵਾਲਾ ਧੱਬਾ ਲੱਗ ਗਿਆ ਜੋ ਨਹੀਂ ਮਿਟੇਗਾ। ਆਓ ਉਸ ਸਿਰਜਣਹਾਰ ਅੱਗੇ ਫਰਿਆਦ ਕਰੀਏ ਕਿ ਅਜਿਹੇ ਜ਼ਾਲਮ ਦਿਨਾਂ ਦਾ ਮੁੜ ਕੇ ਮੂੰਹ ਨਾ ਦਿਖਾਈ। ਭਲੇ ਦਿਨ ਲਿਆਵੀਂ ਖੁਸ਼ ਰੱਖੀ, ਸਭ ਮਿਲ ਕੇ ਕਰੀਏ ਅਰਦਾਸ। ਰੱਬਾ ਮੁੜ ਨਾ ਰਚੀ ਇਹ ਖੂਨੀ ਇਤਿਹਾਸ। 5 ਜਨਵਰੀ 2009 ਨੂੰ ਇਹ ਲੇਖ ਲਿਖਿਆ ਗਿਆ। ਲੇਖਕ ਗਿਆਨੀ ਬਲਵੀਰ ਸਿੰਘ ਮੀਆਂਵਾਲ ਮੌਲਵੀਆਂ ਸ਼ਾਹਕੋਟ। 1-2 ਸਤੰਬਰ 2021 ਨੂੰ ਪੜ੍ਹ ਕੇ ਸੁਣਾਇਆ ਗਿਆ। ਸੰਪਰਕ ਮੋਬਾਈਲ 9886 85726। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।